ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ। ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਸਾਡਾ ਅੱਜ ਦਾ ਮੁੱਦਾ ਹੈ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਅਸੈਂਬਲੀ ਵੱਲੋਂ 1984 ਦੇ ਸਿੱਖ ਕਤਲੇਆਮ ਸੰਬੰਧੀ ਪਾਸ ਕੀਤੇ ਮਤੇ ਬਾਰੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੀ ਅਸੈਂਬਲੀ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਲਈ ਭਾਰਤ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਸ ਮਤੇ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬੀਬਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਇਹ ਅਮਰੀਕਾ ਦੀ ਸਟੇਟ ਕੈਲੀਫੋਰਨੀਆ ਦੀ ਅਸੈਂਬਲੀ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਜਿਹੜਾ 1984 ਦਾ ਸਿੱਖ ਕਤਲੇਆਮ ਹੋਇਆ ਉਹਦੇ ਲਈ ਹਿੰਦੁਸਤਾਨ ਦੀ ਸਰਕਾਰ, ਹਿੰਦੁਸਤਾਨ ਦੀ ਸਟੇਟ ਹੈ ਜਿਹੜੀ ਉਹ ਜ਼ਿੰਮੇਵਾਰ ਹੈ। ਔਰ ਸਭ ਤੋਂ ਵੱਡੀ ਇਹ ਗੱਲ ਹੈ ਕਿ ਇਹ ਮਤਾ ਹੈ ਜਿਹੜਾ ਕੈਲੀਫੋਰਨੀਆ ਦੀ ਅਸੈਂਬਲੀ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਸੋ ਕਿਸੇ ਦੂਜੇ ਦੇਸ਼ ਵਿੱਚ ਉਸ ਦੇ ਸੂਬੇ ਦੀ ਅਸੈਂਬਲੀ ਵੱਲੋਂ ਔਰ ਜਿਹੜੇ ਉਸ ਦੇ ਮੈਂਬਰ ਸੀ ਉਸ ਅਸੈਂਬਲੀ ਦੇ ਜਿਨ੍ਹਾਂ ਨੇ ਇਹ ਮਤਾ ਪਾਸ ਕੀਤਾ ਸੀ, ਉਹਨਾਂ ਦੋ ਦੇ ਵਿੱਚੋਂ ਜਿਹੜੇ ਉਸ ਅੰਗਰੇਜ਼ ਮਤਲਬ ਅਮਰੀਕਨ ਮੂਲ ਦੇ ਨੇ, ਉਹਨਾਂ 'ਚ ਕੋਈ ਸਿੱਖ ਜਾਂ ਭਾਰਤੀ ਨਹੀਂ। ਸੋ ਉਹ ਦੋ ਬੰਦੇ ਆ ਜਿਹੜੇ ਉਹ ਅਮਰੀਕਨ ਮੂਲ ਦੇ ਨੇ ਅਤੇ ਇੱਕ ਆ ਜਿਹੜਾ ਉਹਦੇ 'ਚੋਂ ਸਿੱਖ ਮੂਲ ਦਾ ਵਾ। ਅਤੇ ਉਹਨਾਂ ਵੱਲੋਂ ਜਿਹੜਾ ਇਹ ਮਤਾ ਪੇਸ਼ ਕੀਤਾ ਗਿਆ ਸੀ ਕਿ 1984 ਦਾ ਜਿਹੜਾ ਸਿੱਖ ਕਤਲੇਆਮ ਹੋਇਆ, ਕਿਉਂਕਿ ਕਿਸੇ ਵੀ ਦੇਸ਼ ਵਿੱਚ ਜੇ ਕੋਈ ਕਤਲੇਆਮ ਹੁੰਦਾ, ਕਿਸੇ ਘੱਟ ਗਿਣਤੀ ਨਾਲ ਧੱਕਾ ਹੁੰਦਾ, ਉਹਦੇ ਲਈ ਜਿਹੜੀ ਉਸ ਦੇਸ਼ ਦੀ ਸਰਕਾਰ ਆ, ਉਸ ਦੇਸ਼ ਦੀ ਸਟੇਟ ਆ, ਉਹ ਜ਼ਿੰਮੇਵਾਰ ਹੁੰਦੀ ਆ। ਪਰੰਤੂ 1984 ਦਾ ਸਿੱਖ ਕਤਲੇਆਮ ਆ ਜਿਹੜਾ ਉਹ ਇੱਕ ਦਿਨ ਨਹੀਂ ਹੋਇਆ, 2 ਦਿਨ ਨਹੀਂ ਹੋਇਆ, 3 ਦਿਨ ਨਹੀਂ ਹੋਇਆ, ਇੱਕ ਹਫ਼ਤਾ ਭਰ ਚੱਲਿਆ ਔਰ ਨਿਰੰਤਰ ਚੱਲਦਾ ਰਿਹਾ। ਅਤੇ ਉਹਦੇ ਬਾਬਤ ਸਰਕਾਰ ਸੀ ਜਿਹੜੀ ਉਸਦੇ ਬਾਵਜੂਦ ਅੱਖਾਂ ਬੰਦ ਕਰਕੇ ਬੈਠੀ ਰਹੀ। ਅੱਖਾਂ ਬੰਦ ਕਰਨਾ ਤਾਂ ਇੱਕ ਪਾਸੇ ਰਿਹਾ, ਸਰਕਾਰ ਨੇ ਪੂਰੀ ਤਰ੍ਹਾਂ ਜਿਹੜੇ ਉਸ ਵੇਲੇ ਕਤਲੋ ਗਾਰਤ 'ਤੇ ਉਤਰੀਆਂ ਹੋਈਆਂ ਭੀੜਾਂ ਸੀ ਉਹਨਾਂ ਨੂੰ ਮਤਲਬ ਉਤਸ਼ਾਹਿਤ ਵੀ ਕੀਤਾ, ਉਹਨਾਂ ਨੂੰ ਉਹ ਸਮਾਨ ਵੀ ਮੁਹੱਈਆ ਕੀਤਾ ਜਿਹਦੇ ਨਾਲ ਉਹਨਾਂ ਨੇ ਸਿੱਖਾਂ ਦੇ ਘਰਾਂ ਨੂੰ, ਸਿੱਖਾਂ ਦੀਆਂ ਦੁਕਾਨਾਂ ਨੂੰ ਅੱਗ ਲਾਇਆ। ਅਤੇ ਉਸ ਭੀੜ ਦੀ ਜਿਹੜੀ ਅਗਵਾਈ ਸੀ ਉਹ ਸਰਕਾਰ ਦੇ ਜਿਹੜੇ ਆਗੂ ਸੀ, ਜਿਹੜੇ ਸਰਕਾਰ ਦੇ ਵਜ਼ੀਰ ਸੀ ਜਿਹੜੇ ਉਹਨਾਂ ਨੇ ਉਹਨਾਂ ਭੀੜਾਂ ਦੀ ਅਗਵਾਈ ਕੀਤੀ। ਤੇ ਸਰਕਾਰ ਦੀ ਜਿਹੜੀ ਉਸ ਵੇਲੇ ਦੀ ਪੁਲਿਸ ਸੀ ਜਿਹੜੀ ਉਹਨੇ ਵੀ ਉਹਨਾਂ ਭੀੜਾਂ ਦਾ ਪੂਰੀ ਤਰ੍ਹਾਂ ਸਾਥ ਦਿੱਤਾ ਤੇ ਸਿੱਖਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਮਰਵਾਉਣ ਦੇ ਵਿੱਚ ਪੁਲਿਸ ਦਾ ਵੀ ਪੂਰਾ ਸਾਥ ਰਿਹਾ। ਸੋ ਇਸ ਘਟਨਾ ਨੂੰ ਲੈ ਕੇ ਜਿਹੜਾ ਅਮਰੀਕਾ ਦੀ ਸਟੇਟ ਕੈਲੀਫੋਰਨੀਆ ਉਹਦੀ ਅਸੈਂਬਲੀ ਵੱਲੋਂ ਮਤਾ ਪਾਸ ਕੀਤਾ ਜਾਣਾ ਕਿ 1984 ਦੇ ਸਿੱਖ ਕਤਲੇਆਮ ਲਈ ਹਿੰਦੁਸਤਾਨ ਦੀ ਸਰਕਾਰ ਜ਼ਿੰਮੇਵਾਰ ਹੈ। ਇਹ ਇੱਕ ਬਹੁਤ ਵੱਡੀ ਇਤਿਹਾਸਕ ਘਟਨਾ, ਜਦੋਂ ਵੀ 1984 ਦੇ ਸਿੱਖ ਕਤਲੇਆਮ ਦੀ ਗੱਲ ਹੋਊਗੀ, ਹਿੰਦੁਸਤਾਨ ਦੇ ਵਿੱਚ ਸਿੱਖਾਂ ਨਾਲ ਹੁੰਦੀ ਧੱਕੇਸ਼ਾਹੀ, ਵਧੀਕੀ, ਬੇਇਨਸਾਫੀ ਦੀ ਗੱਲ ਹੋਊਗੀ, ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ 2 ਨੰਬਰ ਦੇ ਸ਼ਹਿਰੀ ਸਮਝੇ ਜਾਣ ਦੀ ਗੱਲ ਹੋਊਗੀ, ਉਦੋਂ ਇਹ ਜਿਹੜਾ ਕੈਲੀਫੋਰਨੀਆ ਦੀ ਅਸੈਂਬਲੀ ਵੱਲੋਂ ਪਾਸ ਕੀਤਾ ਗਿਆ ਮਤਾ ਉਹ ਉਸ ਗੱਲ ਦੀ ਗਵਾਹੀ ਭਰੂਗਾ। ਇਸ ਤੋਂ ਪਹਿਲਾਂ ਵੀ ਕਈ ਵਾਰ ਕੈਨੇਡਾ, ਇੰਗਲੈਂਡ ਦੀਆਂ ਪਾਰਲੀਮੈਂਟ ਦੇ ਵਿੱਚ ਇਸ ਮਤੇ ਦੀ ਗੂੰਜੀ ਸੀਗੀ। ਉਸ ਗੂੰਜ ਦਾ ਤੇ ਜੋ ਬਾਰ-ਬਾਰ ਭਾਰਤ ਦੇ ਵਿੱਚ ਗੂੰਜ ਰਹੀ ਹੈ, ਉਸ ਸੰਦਰਭ ਨੂੰ ਤੁਸੀਂ ਰਲਾ ਕੇ ਕਿਵੇਂ ਵੇਖਦੇ ਹੋ? ਬੀਬਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਇਸ ਤੋਂ ਪਹਿਲਾਂ ਵੀ, ਕਿਉਂਕਿ ਕੈਲੀਫੋਰਨੀਆ ਦੀ ਜਿਹੜੀ ਅਸੈਂਬਲੀ ਆ ਉਹਨਾਂ ਨੇ ਤਾਂ ਇਹ ਮਤਾ ਪਾਸ ਹੀ ਕਰ ਦਿੱਤਾ ਕਿ 1984 ਦੇ ਸਿੱਖ ਕਤਲੇਆਮ ਲਈ ਇਸ ਦੇਸ਼ ਦੀ, ਹਿੰਦੁਸਤਾਨ ਦੀ ਸਰਕਾਰ ਆ ਜਿਹੜੀ ਉਹ ਜ਼ਿੰਮੇਵਾਰ ਆ। ਇਸ ਤੋਂ ਪਹਿਲਾਂ ਵੀ ਜਿੱਥੇ ਸਿੱਖਾਂ ਵੱਡੀ ਗਿਣਤੀ 'ਚ ਬੈਠੇ ਨੇ, ਉਹਨਾਂ ਦੀ ਆਬਾਦੀ ਆ ਜਿਹੜੀ ਉਹ ਮਤਲਬ ਗਿਣਤੀਯੋਗ ਆਬਾਦੀ ਆ ਅਤੇ ਪੁਰਾਣੇ ਸਮਿਆਂ ਤੋਂ ਉਹਨਾਂ ਦੇਸ਼ਾਂ ਦੇ ਵਿੱਚ ਬੈਠੇ ਨੇ ਅਤੇ ਉਹਨਾਂ ਦੇਸ਼ਾਂ ਦੇ ਵਿਕਾਸ ਦੇ ਵਿੱਚ ਸਿੱਖਾਂ ਦਾ ਬੜਾ ਅਹਿਮ ਯੋਗਦਾਨ ਆ। ਉੱਥੇ ਸਿੱਖਾਂ ਨੇ ਇਸ ਗੱਲ ਨੂੰ, ਜਿਹੜਾ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਕਤਲੇਆਮ ਹੋਇਆ, ਸਿੱਖਾਂ ਦਾ ਸ਼ਰੇਆਮ ਕਤਲੇਆਮ ਹੋਇਆ, ਸੋ ਇਸ ਗੱਲ ਨੂੰ, ਇਸ ਕਾਂਡ ਨੂੰ ਸਿੱਖਾਂ ਨੇ ਮਤਲਬ ਉਹਨਾਂ ਦੇ ਆਪੋ ਜਿਸ ਦੇਸ਼ 'ਚ ਉਹ ਬੈਠੇ ਸੀ ਉਸ ਦੇਸ਼ 'ਚ ਇਸ ਨੂੰ ਵੱਡੇ ਪੱਧਰ 'ਤੇ ਪ੍ਰਚਾਰਿਆ। ਕਈ ਵਾਰੀ ਉਹਨਾਂ ਨੇ ਪਟੀਸ਼ਨਾਂ ਜਿਹੜੀਆਂ ਲੱਖਾਂ ਸਿੱਖਾਂ ਦੇ ਸਾਈਨ ਕਰਾ ਕੇ, ਉਹ ਪਟੀਸ਼ਨਾਂ ਵੀ ਜਿਹੜੀਆਂ ਉਹਨਾਂ ਦੀਆਂ ਪਾਰਲੀਮੈਂਟ ਦੇ ਵਿੱਚ, ਉਹਨਾਂ ਦੀਆਂ ਜਿਹੜੀਆਂ ਵਿਧਾਨ ਘੜਨ ਦੀਆਂ ਸਭਾਵਾਂ ਨੇ ਉਹਨਾਂ ਦੇ ਵਿੱਚ ਪੇਸ਼ ਕੀਤੀਆਂ। ਇਸ ਤਰ੍ਹਾਂ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਸੀ ਜਿਹੜੀ ਕਿ 1984 ਦਾ ਜਿਹੜਾ ਸਿੱਖ ਕਤਲੇਆਮ ਆ, ਇਹਨੂੰ ਮਤਲਬ ਜਿਹੜਾ ਦੰਗੇ ਕਹੇ ਜਾਂਦੇ ਆ, ਇਹ ਦੰਗੇ ਨਹੀਂ, ਇਹ ਇੱਕ ਕਤਲੇਆਮ ਸੀ, ਸਿੱਖਾਂ ਦੀ ਨਸਲਕੁਸ਼ੀ ਸੀ। ਸੋ ਇਸ ਤਰ੍ਹਾਂ ਦੀ ਗੱਲ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਵੀ ਚੱਲੀ ਗਈ ਸੀ। ਪਾਰਲੀਮੈਂਟ ਦੇ ਵਿੱਚ ਇਹ ਮਤਾ ਲਿਆਉਣ ਦੀ ਗੱਲ ਚੱਲੀ ਸੀ ਕਿ 1984 ਦਾ ਜਿਹੜਾ ਸਿੱਖ ਕਤਲੇਆਮ ਆ ਇਹਨੂੰ ਸਿੱਖਾਂ ਦੀ ਨਸਲਕੁਸ਼ੀ ਆ ਜਿਹੜੀ ਉਹ ਐਲਾਨਿਆ ਜਾਵੇ। ਇਸੇ ਤਰ੍ਹਾਂ ਦਾ ਮਤਾ ਹੈ ਜਿਹੜਾ ਉਹ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਪੇਸ਼ ਕੀਤਾ ਗਿਆ ਸੀ ਕਿ ਜਿਹੜਾ 1984 ਦੇ ਵਿੱਚ ਸਿੱਖਾਂ ਨਾਲ ਜੋ ਕੁਝ ਵੀ ਵਾਪਰਿਆ, ਸੋ ਉਸ ਤੋਂ ਇਲਾਵਾ ਵੀ ਜਿੱਥੇ ਸਿੱਖ ਬੈਠੇ ਨੇ, UN 'ਚ ਵੀ ਇਸ ਗੱਲ
ਗੱਲ ਦਾ ਬਾਰ-ਬਾਰ ਆਵਾਜ਼ ਉਠਾਈ ਗਈ ਹੈ ਕਿ 1984 ਦੇ ਸਿੱਖ ਕਤਲੇਆਮ ਨੂੰ ਸਿੱਖਾਂ ਦੀ ਨਸਲਕੁਸ਼ੀ ਹੈ ਜਿਹੜੀ ਉਹ ਐਲਾਨਿਆ ਜਾਵੇ। ਤੇ ਇਹ ਜਿਹੜੀ ਗੱਲ ਬਾਰ-ਬਾਰ ਵਿਸ਼ਵ ਪੱਧਰ ਤੇ ਹੋ ਰਹੀ ਆ, ਮੈਂ ਸਮਝਦਾ ਕਿ ਇਹ ਇੱਕ ਬੜੀ ਅਹਿਮ ਗੱਲ ਹੈ ਕਿ ਵਿਸ਼ਵ ਦੇ ਮੰਚ ਤੇ ਇਹ ਜਿਹੜੀ ਗੱਲ ਚੱਕੀ ਜਾ ਰਹੀ ਆ ਕਿ ਸਿੱਖਾਂ ਨਾਲ ਇਸ ਦੇਸ਼ ਦੇ ਵਿੱਚ ਕੀ ਵਾਪਰਿਆ। ਸੋ ਉਹਦੇ ਨਾਲ ਜਿਹੜੀਆਂ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨੇ ਜਿਹੜੀਆਂ, ਉਹਨਾਂ ਨੂੰ ਇਹ ਗੱਲ ਸਮਝ ਪੈਂਦੀ ਆ ਕਿ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ, ਜਿਹਨੇ ਮਖੌਟਾ ਆਪਦੇ ਮੂੰਹ ਤੇ ਆਪਦੇ ਨਕਾਬ ਲਾਇਆ ਹੋਇਆ ਕਿ ਸਾਡਾ ਦੇਸ਼ ਆ ਜਿਹੜਾ ਇਹ ਧਰਮ ਨਿਰਪੱਖ ਦੇਸ਼ ਦਾ, ਉਹਨਾਂ ਨੇ ਮਖੌਟਾ ਜਿਹੜਾ ਉਹ ਲਾਇਆ ਹੋਇਆ ਇਸ ਦੇਸ਼ ਦੇ ਮੂੰਹ ਤੇ। ਉਹ ਮਖੌਟਾ ਜਿਹੜਾ, ਇਹ ਘਟਨਾਵਾਂ ਨੇ ਜਿਹੜੀਆਂ ਵਾਪਰੀਆਂ ਨੇ ਇਸ ਦੇਸ਼ 'ਚ, ਚਾਹੇ ਉਹ ਦਰਬਾਰ ਸਾਹਿਬ ਤੇ ਫੌਜੀ ਹਮਲਾ ਸੀ ਤੇ ਚਾਹੇ ਉਸ ਤੋਂ ਬਾਅਦ 19 ਨਵੰਬਰ 1984 'ਚ ਸਿੱਖ ਕਤਲੇਆਮ ਸੀ। ਸੋ ਇਸ ਕਾਂਡ ਨੇ, ਇਸ ਭਿਆਨਕ ਕਾਂਡ ਨੇ, ਵਹਿਸ਼ੀਆਨਾ ਕਾਂਡ ਨੇ ਇਸ ਦੇਸ਼ ਦੇ ਮੂੰਹ ਤੋਂ ਜਿਹੜਾ ਧਰਮ ਨਿਰਪੱਖ ਵਾਲਾ ਨਕਾਬ ਸੀ ਉਹ ਲਾਇਆ। ਅੱਜ ਸੰਸਾਰ ਦੀਆਂ ਵੱਖੋ ਵੱਖਰੀਆਂ ਜਿਹੜੀਆਂ ਪਾਰਲੀਮੈਂਟ ਨੇ ਜਾਂ ਜਿਸ ਤਰ੍ਹਾਂ ਇਹ ਵੱਖੋ ਵੱਖਰੇ ਸੂਬਿਆਂ ਦੀਆਂ ਵਿਧਾਨ ਸਭਾ ਨੇ, ਜਿੱਥੇ ਵੀ ਸਿੱਖਾਂ ਦੀ ਆਬਾਦੀ ਜਿਹੜੀ ਪ੍ਰਭਾਵਸ਼ਾਲੀ ਆ, ਉੱਥੇ ਇਹ ਮੁੱਦਾ ਜਿਹੜਾ ਇਹ ਜ਼ੋਰ ਸ਼ੋਰ ਦੇ ਨਾਲ ਕਦੇ ਨਾ ਕਦੇ ਜ਼ਰੂਰ ਉੱਭਰਦਾ। ਸੋ ਜਿਸ ਦਿਨ ਮੋਦੀ ਕੈਨੇਡਾ ਗਿਆ ਤੇ ਉਸ ਦਿਨ ਵੀ ਕੈਨੇਡਾ ਦੀ ਅਦਾਲਤ ਦੇ ਵਿੱਚ ਇਹ ਗੱਲ ਸੀ ਜਿਹੜੀ, ਉਹ ਕੈਨੇਡਾ ਦੀ ਅਦਾਲਤ ਦੇ ਵਿੱਚ ਇੱਕ ਮੁਕੱਦਮਾ ਸੀ ਜਿਹੜਾ ਉਹ ਚੱਲ ਰਿਹਾ ਸੀ, ਉਹਦੀ ਸੁਣਵਾਈ ਹੋ ਰਹੀ ਸੀ ਕਿ ਮੋਦੀ ਆ ਜਿਹੜਾ ਉਹ ਗੁਜਰਾਤ 'ਚ ਮਨੁੱਖਤਾ ਦਾ ਕਾਤਲ ਆ। ਅਜਿਹੇ ਵਿਅਕਤੀ ਨੂੰ ਕੈਨੇਡਾ ਦੇ ਵਿੱਚ ਆਉਣ ਦੀ ਜਾਂ ਉਹਦਾ ਸੰਮਣ ਕਰਨੇ ਚਾਹੀਦੇ ਨੇ ਕਿ ਉਹ ਮਨੁੱਖਤਾ ਦਾ ਕਾਤਲ ਆ। ਪਰੰਤੂ ਕਿਉਂਕਿ ਜਿਹੜੀਆਂ ਦੇਸ਼ਾਂ ਦੀਆਂ ਸਰਕਾਰਾਂ ਹੁੰਦੀਆਂ ਨੇ, ਉਹ ਖਾਸ ਕਰਕੇ ਜਿਹੜੀਆਂ ਯੂਰਪੀਅਨ ਸਰਕਾਰਾਂ ਨੇ, ਉਹ ਆਪਣਾ ਵਪਾਰ ਵੀ ਦੇਖਦੀਆਂ ਨੇ, ਉਹਨਾਂ ਨੇ ਆਪਣਾ ਸੌਦਾ ਵੀ ਵੇਚਣਾ, ਉਹਨਾਂ ਨੇ ਆਪਣੇ ਹਥਿਆਰ ਵੀ ਵੇਚਣੇ ਆ, ਤੇ ਹਿੰਦੁਸਤਾਨ ਉਹਨਾਂ ਲਈ ਵੱਡੀ ਮੰਡੀ ਆ। ਸੋ ਇਸ ਕਾਰਨ ਕਈ ਵਾਰ ਇਸ ਤਰ੍ਹਾਂ ਦੀ ਗੱਲ ਜਿਹੜੀ ਸਰਕਾਰ ਦੇ ਪੂਰੀ ਤਰ੍ਹਾਂ ਵਿਰੁੱਧ ਜਾਂਦੀ ਆ, ਉਹਨੂੰ ਉਹ ਕਦੇ ਨਾ ਕਦੇ ਮਤਲਬ ਮਨੁੱਖੀ ਅਧਿਕਾਰਾਂ ਨੂੰ ਇੱਕ ਪਾਸੇ ਰੱਖ ਕੇ ਉਹਨੂੰ ਦਬਾ ਲੈਂਦੇ ਨੇ। ਜਿਸ ਤਰ੍ਹਾਂ ਇਸ ਵਾਰੀ ਕੈਨੇਡਾ ਨੇ ਕੀਤਾ, ਜਦੋਂ ਮੋਦੀ ਗਿਆ ਤੇ ਉਹਨਾਂ ਨੇ ਉਹਦੇ ਸੰਮਣ ਸੀ ਜਿਹੜੇ ਅਦਾਲਤ ਵੱਲੋਂ ਜਾਰੀ ਸੰਮਣ ਸੀ ਉਹਨੂੰ ਉਹ ਰੋਕਤੇ। ਸੋ ਇਹ ਜਿਹੜੀ ਮਤਲਬ ਕੈਲੀਫੋਰਨੀਆ ਦੇ ਵਿੱਚ ਸ਼ੁਰੂਆਤ ਹੋਈ ਆ, ਇਹ ਮੈਂ ਸਮਝਦਾ ਕਿ ਇਸ ਤੋਂ ਅੱਗੇ ਜਾਊਗੀ ਤੇ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਇਹ ਜਿਹੜਾ 1984 ਦਾ ਸਿੱਖ ਕਤਲੇਆਮ ਆ ਇਹ ਗੂੰਜੂਗਾ ਤੇ ਪੂਰੇ ਵਿਸ਼ਵ ਦੇ ਸਾਹਮਣੇ ਇਸ ਦੇਸ਼ ਦਾ ਜਿਹੜਾ ਮਖੌਟਾ ਵਾ, ਜਿਹੜਾ ਸਿੱਖ ਵਿਰੋਧੀ ਵੀ ਆ, ਘੱਟ ਗਿਣਤੀ ਵਿਰੋਧੀ ਵੀ ਆ, ਉਹ ਮਖੌਟਾ ਜਿਹੜਾ ਉਹ ਜ਼ਰੂਰ ਨੰਗਾ ਹੋਊ। ਹੁਣ ਜਦੋਂ ਇੱਕ ਬੇਗਾਨੇ ਮੁਲਕ ਵੱਲੋਂ 1984 ਦੇ ਸਿੱਖ ਕਤਲੇਆਮ ਸੰਬੰਧੀ ਮਤਾ ਪਾਸ ਕਰ ਦਿੱਤਾ ਗਿਆ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਵਿਧਾਨ ਸਭਾ ਇਸ ਤੋਂ ਕੋਈ ਸਬਕ ਸਿੱਖੇਗੀ? ਬੀਬਾ ਗੱਲ ਇਹ ਆ ਕਿ ਬੇਸ਼ਰਮੀ ਦੀ ਹੱਦ ਹੁੰਦੀ ਆ ਤੇ ਬੇਸ਼ਰਮਾਂ ਲਈ ਬਹਾਨੇ ਬਥੇਰੇ ਹੁੰਦੇ ਨੇ। ਸੋ ਇੱਕ ਬੇਗਾਨਾ ਮੁਲਕ ਆ, ਕੈਲੀਫੋਰਨੀਆ ਦੀ ਸਟੇਟ ਹੈ, ਉਹ ਇਸ ਗੱਲ ਦਾ ਮਤਾ ਪਾਸ ਕਰ ਰਹੀ ਆ ਕਿ 1984 ਦਾ ਜਿਹੜਾ ਸਿੱਖ ਕਤਲੇਆਮ ਹੈ ਉਸ ਦੀ ਜ਼ਿੰਮੇਵਾਰ ਉਸ ਦੇਸ਼ ਦੀ ਸਰਕਾਰ ਹੈ। ਪਰੰਤੂ ਇਹ ਸੂਬਾ ਜਿਹੜਾ ਸਿੱਖਾਂ ਦਾ ਸੂਬਾ, ਉਹ ਪਾਰਟੀ ਜਿਹੜੀ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ ਹੋਦੀ ਆ, ਉਹ ਉਸ ਤੋਂ ਬਾਅਦ 1984 ਦੇ ਦਰਬਾਰ ਸਾਹਿਬ ਸਾਕੇ ਤੋਂ ਬਾਅਦ ਤੇ 1984 ਦਾ ਜਿਹੜਾ ਸਿੱਖ ਕਤਲੇਆਮ ਹੋਇਆ ਉਹ ਤੋਂ ਬਾਅਦ, ਦਰਬਾਰ ਸਾਹਿਬ ਸਾਕੇ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤੇ 4 ਵਾਰ, ਤੇ ਜੇ ਅਸੀਂ 1984 ਦੇ ਸਿੱਖ ਕਤਲੇਆਮ ਦੀ ਗੱਲ ਕਰੀਏ ਤੇ 4 ਵਾਰ, ਜੇ ਦਰਬਾਰ ਸਾਹਿਬ ਸਾਕੇ ਦੀ ਗੱਲ ਕਰੀਏ ਤੇ 5 ਵਾਰ। ਇਸ ਸੂਬੇ ਦੇ ਵਿੱਚ ਜਿਹੜੀ ਆਪਣੇ ਆਪ ਨੂੰ ਸਿੱਖਾਂ ਦੀ ਪ੍ਰਤੀਨਿਧ ਸਰਕਾਰ ਅਖਵਾਉਂਦੀ ਆ, ਉਹਦੀ ਸਰਕਾਰ ਆ ਜਿਹੜੀ ਉਹ ਬਾਰ-ਬਾਰ ਬਣੀ ਆ ਇਸ ਸੂਬੇ ਦੇ ਵਿੱਚ। ਪਰੰਤੂ ਉਸ ਦੇ ਬਾਵਜੂਦ ਇਹਨਾਂ ਨੇ ਹਾਲੇ ਤੱਕ ਇਸ ਤਰ੍ਹਾਂ ਦਾ ਜਿਹੜਾ, ਜਿਸ ਤਰ੍ਹਾਂ ਕੈਲੀਫੋਰਨੀਆ ਨੇ ਮਤਾ ਪਾਸ ਕੀਤਾ ਕਿ 1984 ਦਾ ਜਿਹੜਾ ਸਿੱਖ ਕਤਲੇਆਮ ਸੀ ਉਹ ਸਿੱਖ ਨਸਲਕੁਸ਼ੀ ਸੀ, ਉਹਦੇ ਲਈ ਉਹ ਦੇਸ਼ ਦੀ ਸਰਕਾਰ ਜ਼ਿੰਮੇਵਾਰ ਆ। ਅੱਜ ਤੱਕ ਉਸ ਬਾਰੇ ਇੱਕ ਵੀ ਸ਼ਬਦ ਆ ਜਿਹੜਾ ਉਹ ਪੰਜਾਬ ਅਸੈਂਬਲੀ ਦੇ ਵਿੱਚ ਮਤੇ ਦੇ ਰੂਪ ਵਿੱਚ ਪਾਸ ਨਹੀਂ ਕੀਤਾ ਗਿਆ। ਸੋ ਇਹ ਜਿਹੜੀ ਇਸ ਗੱਲ ਅੱਜ ਸਾਡੇ ਸਾਹਮਣੇ ਜਿਹਦੀ ਅਸੀਂ ਚਰਚਾ ਕਰ ਰਹੇ ਹਾਂ ਕਿ ਇੱਕ ਬੇਗਾਨੇ ਦੇਸ਼ ਦੀ ਅਸੈਂਬਲੀ ਆ ਜਿਹੜੀ ਉਹ ਸਿੱਖਾਂ ਦੇ ਹਿੱਤ ਵਿੱਚ ਬੋਲਦੀ ਆ, ਸਿੱਖਾਂ ਦੇ ਹੱਕ ਵਿੱਚ ਬੋਲਦੀ ਆ, ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਮਤਾ ਪਾਸ ਕਰਦੀ ਆ। ਪਰੰਤੂ ਇਸ ਸੂਬੇ ਦੀ ਸਰਕਾਰ ਜਿਹਨੂੰ ਸਿੱਖਾਂ ਨੇ ਖੁਦ ਚੁਣਿਆ, ਉਹ ਸਰਕਾਰ ਆ ਜਿਹੜੀ ਉਹ ਸਿੱਖ ਮੁੱਦਿਆਂ ਤੇ ਆਪਣਾ ਮੂੰਹ ਆ ਜਿਹੜਾ ਉਹ ਪੂਰੀ ਤਰ੍ਹਾਂ ਬੰਦ ਰੱਖਦੀ ਆ। ਉਹਦੇ ਸਿੱਖ ਮੁੱਦਿਆਂ ਦੇ ਵਿਰੋਧ ਵਿੱਚ ਤਾਂ ਜਾ ਸਕਦੀ ਆ ਉਹ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਅੱਜ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਚੱਲ ਰਿਹਾ, ਤੇ ਉਹ ਬਜਾਏ ਇਸ ਗੱਲ ਦੇ ਕਿ ਜਿਹੜੇ ਬੰਦੀ ਸਿੰਘ ਰਿਹਾ ਕੀਤੇ ਜਾਣੇ ਚਾਹੀਦੇ ਆ ਉਹਨਾਂ ਨੂੰ ਰਿਹਾ ਕਰਵਾਵੇ,
ਉਹਨਾਂ ਦਾ ਉਹ ਕਾਨੂੰਨੀ ਹੱਕ ਆ। ਉਸ ਦੇ ਬਾਵਜੂਦ ਡੰਡੇ ਦੇ ਨਾਲ, ਸਰਕਾਰੀ ਜ਼ੋਰ ਦੇ ਨਾਲ ਉਸ ਸੰਘਰਸ਼ ਨੂੰ ਫੇਲ ਕਰਨ ਵਿੱਚ ਲੱਗੀ ਹੋਈ ਆ, ਉਸ ਸੰਘਰਸ਼ ਨੂੰ ਖਤਮ ਕਰਨ ਵੱਲ ਲੱਗੀ ਹੋਈ ਆ। ਸੋ ਇਹ ਜਿਹੜੀ ਸੂਬੇ ਦੀ ਸਰਕਾਰ ਆ, ਜਿਹੜੀ ਆਪਣੇ ਆਪ ਨੂੰ ਸਿੱਖਾਂ ਦੀ ਪ੍ਰਤੀਨਿਧ ਸਰਕਾਰ ਖਵਾਉਂਦੀ ਆ, ਸਾਨੂੰ ਇਸ ਤੋਂ ਇਸ ਤਰ੍ਹਾਂ ਦੀ ਕੋਈ ਉਮੀਦ ਆ ਜਿਹੜੀ ਹਾਲੇ ਤਾਂ ਵਿਖਾਈ ਨਹੀਂ ਦਿੰਦੀ ਕਿ ਉਹ ਸਿੱਖ ਹਿੱਤਾਂ ਦੀ, ਸਿੱਖ ਮੁੱਦਿਆਂ ਦੀ ਗੱਲ ਆ ਜਿਹੜੀ ਉਹ ਵਿਧਾਨ ਸਭਾ 'ਚ ਜਾਂ ਵਿਧਾਨ ਸਭਾ ਤੋਂ ਬਾਹਰ ਪਾਰਲੀਮੈਂਟ ਵਿੱਚ ਵੀ ਅੱਜ ਇਹ ਉਸ ਸਰਕਾਰ ਦੇ ਭਾਈਵਾਲ ਨੇ ਜਿਹੜੀ ਦੇਸ਼ ਤੇ ਹਕੂਮਤ ਕਰ ਰਹੀ ਆ। ਸੋ ਪਾਰਲੀਮੈਂਟ ਵਿੱਚ ਵੀ ਇਹਨਾਂ ਨੇ ਕਦੇ ਇੱਕ ਵਾਰੀ ਇਸ ਗੱਲ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪਾਰਲੀਮੈਂਟ 'ਚ ਸਿੱਖ ਮੁੱਦਿਆਂ ਬਾਰੇ, ਚਾਹੇ ਜਿਸ ਤਰ੍ਹਾਂ ਦਾ ਇਹ ਮਤਾ ਕੈਲੀਫੋਰਨੀਆ ਦੀ ਅਸੈਂਬਲੀ ਨੇ ਪਾਸ ਕੀਤਾ, ਇਸ ਤਰ੍ਹਾਂ ਦਾ ਮਤਾ ਜਿਹੜਾ ਲਿਆਉਣ ਬਾਰੇ ਕਦੇ ਪਾਰਲੀਮੈਂਟ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੋਵੇ। ਸੋ ਇਹਨਾਂ ਤੋਂ ਮੈਂ ਸਮਝਦਾ ਕਿ ਫਿਲਹਾਲ ਇਸ ਤਰ੍ਹਾਂ ਦੀ ਕੋਈ ਉਮੀਦ ਕਰਨੀ ਕਿ ਜਿੱਥੇ ਇਹਨਾਂ ਨੂੰ ਇਹ ਲੱਗੇ ਕਿ ਪੰਜਾਬ ਦੇ ਹਿੰਦੂ ਵੋਟਰ ਨੇ ਜਿਹੜੇ ਉਹ ਸਾਡੇ ਤੋਂ ਨਾਰਾਜ਼ ਹੋ ਸਕਦੇ ਨੇ, ਸਾਡੇ ਤੋਂ ਦੂਰ ਜਾ ਸਕਦੇ ਨੇ, ਅਜਿਹੀ ਗੱਲ ਇਹ ਕਦੇ ਸੁਪਨੇ 'ਚ ਵੀ ਕਰਨ ਦੀ ਸੋਚ ਨਹੀਂ ਸਕਦੇ। ਅਮਰੀਕਾ ਦੇ ਵਾਈਟ ਹਾਊਸ ਦੇ ਵਿੱਚ ਇਸ ਮਤੇ ਸੰਬੰਧੀ ਕਦੇ ਗੂੰਜ ਪਵੇਗੀ? ਵੀ ਜਿਸ ਤਰ੍ਹਾਂ ਅਸੀਂ ਇਸ ਤੋਂ ਪਹਿਲਾਂ ਵੇਖਿਆ ਕਿ ਪਿੱਛੇ ਸਿੱਖਾਂ ਨੇ ਵਾਈਟ ਹਾਊਸ ਦੇ ਬਾਹਰ ਇਸ ਤਰ੍ਹਾਂ ਦਾ ਇੱਕ ਪ੍ਰਦਰਸ਼ਨ ਵੀ ਕੀਤਾ ਸੀ, ਇੱਕ ਦਸਤਖਤਾਂ ਦੀ ਜਿਹੜੀ ਇੱਕ ਮੁਹਿੰਮ ਸੀ, ਜਿਹੜੀ ਪਟੀਸ਼ਨ ਪਾਈ ਸੀ ਕਿ ਜਿਹੜੀ ਪਟੀਸ਼ਨ ਆ ਜਿਹੜੀ ਉਹਦੇ ਤੇ ਜੇ 25,000 ਸਿੱਖਾਂ ਦੇ ਦਸਤਖਤ ਹੋ ਜਾਣ ਆਨਲਾਈਨ ਤਾਂ ਉਹ ਜਿਹੜਾ ਮਤਾ ਹੈ ਜਿਹੜਾ ਉਹ ਅਮਰੀਕਾ ਦੀ ਜਿਹੜੀ ਸੈਨੇਟ ਜਿਹੜੀ ਵਾਈਟ ਹਾਊਸ ਦੇ ਵਿੱਚ ਬੈਠਦੀ ਆ ਉਹਦੇ ਵਿੱਚ ਉਹ ਮਤਾ ਹੈ ਜਿਹੜਾ ਉਹ ਰੱਖਿਆ ਜਾਂਦਾ। ਸੋ ਇਸ ਤਰ੍ਹਾਂ ਦੀ ਜਿਹੜੀ ਕੋਸ਼ਿਸ਼ ਆ ਉਹ ਨਿਰੰਤਰ ਸਿੱਖਾਂ ਵੱਲੋਂ ਚੱਲ ਰਹੀ ਆ ਕਿ ਇਹ ਜਿਹੜਾ ਸਿੱਖ ਕਤਲੇਆਮ ਹੋਇਆ 1984 ਦਾ, ਜਾਂ ਸਿੱਖਾਂ ਦੇ ਨਾਲ ਜਿਹੜੀ ਵਧੀਕੀ ਹੁੰਦੀ ਆ ਇਸ ਦੇਸ਼ ਦੇ ਵਿੱਚ, ਉਹਨਾਂ ਨੂੰ 2 ਨੰਬਰ ਦੇ ਸ਼ਹਿਰੀ ਸਮਝਿਆ ਜਾਂਦਾ, ਉਹਨਾਂ ਨਾਲ ਜਿਹੜੀ ਬੇਇਨਸਾਫੀ ਹੁੰਦੀ ਆ, ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਸੋ ਇਹ ਜਿਹੜੀਆਂ ਘਟਨਾਵਾਂ ਨੇ, ਜਿਹੜਾ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਕਤਲੇਆਮ ਹੋ ਰਿਹਾ, ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ, ਕਿਉਂਕਿ ਅਮਰੀਕਾ ਆਪਣੇ ਆਪ ਨੂੰ ਮਨੁੱਖੀ ਹੱਕਾਂ ਦਾ ਸਭ ਤੋਂ ਵੱਡਾ ਥਾਣੇਦਾਰ ਸਮਝਦਾ ਵਾ, ਠੇਕੇਦਾਰ ਵੀ ਸਮਝਦਾ। ਸੋ ਉਸ ਦੇਸ਼ ਦੇ ਵਿੱਚ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਨੂੰ ਉਭਾਰਨ ਦੇ ਲਈ ਸਿੱਖਾਂ ਵੱਲੋਂ ਨਿਰੰਤਰ ਯਤਨ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ। ਤੇ ਬਾਰਾਕ ਓਬਾਮਾ ਜਿਹੜਾ ਉਹ ਬਾਖੂਬੀ ਸਿੱਖਾਂ ਦੀ ਕੀ ਅਹਿਮੀਅਤ ਆ ਵਿਸ਼ਵ ਦੇ ਵਿੱਚ, ਸਿੱਖਾਂ ਦੀ ਕੀ ਅਹਿਮੀਅਤ ਆ ਅਮਰੀਕਾ ਦੇ ਵਿੱਚ, ਕਿ ਸਿੱਖਾਂ ਦੀ ਕੀ ਅਹਿਮੀਅਤ ਆ ਉਹਨਾਂ ਦੇ ਭਾਰਤ ਦੇ ਵਿੱਚ, ਇਹ ਉਹ ਬਾਖੂਬੀ ਜਾਣਦਾ। ਸੋ ਇਸੇ ਕਾਰਨ ਜੇ ਉਹ ਸਿੱਖਾਂ ਦੀ ਅਹਿਮੀਅਤ ਜਾਣਦਾ ਤੇ ਜੇ ਜਦੋਂ ਗੁਰਦੁਆਰਾ ਸਾਹਿਬ 'ਚ ਉਹ ਗੋਲਾਬਾਰੀ ਦੀ ਘਟਨਾ ਵਾਪਰੀ ਸੀ ਜਿਹਦੇ ਵਿੱਚ 6 ਸਿੱਖ ਸੀ ਜਿਹੜੇ ਉਹ ਮਾਰੇ ਗਏ ਸੀ, ਤੇ ਉਹਨੇ ਮਤਲਬ ਅਮਰੀਕਾ ਦਾ ਐਡਾ ਵੱਡਾ ਫੈਸਲਾ ਲਿਆ ਕਿ ਅਮਰੀਕਾ ਦਾ ਝੰਡਾ ਸੀ ਜਿਹੜਾ ਉਹ ਚੁੱਕਿਆ ਇੱਕ ਹਫ਼ਤਾ। ਸੋ ਇਹਦਾ ਮਤਲਬ ਕਿ ਉਹ ਇਸ ਗੱਲ ਨੂੰ ਬਾਖੂਬੀ ਜਾਣਦਾ ਕਿ ਸਿੱਖਾਂ ਦੀ ਇਸ ਦੁਨੀਆ ਦੇ ਵਿੱਚ ਕੀ ਅਹਿਮੀਅਤ ਆ। ਸੋ ਇਹ ਜਿਹੜਾ ਕੁਝ ਵਾਪਰਿਆ 1984 ਦਾ ਸਿੱਖ ਕਤਲੇਆਮ ਆ, ਸਿੱਖ ਨਸਲਕੁਸ਼ੀ ਆ ਜਿਹੜੀ, ਇਹਦੇ ਬਾਰੇ ਬਾਰਾਕ ਓਬਾਮਾ ਜਿਹੜਾ ਬਾਖੂਬੀ ਜਾਣਦਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਮੈਂ ਪਹਿਲਾਂ ਗੱਲ ਕੀਤੀ ਆ ਕਿ ਇਹ ਜਿਹੜੇ ਦੇਸ਼ ਨੇ ਇਹਨਾਂ ਲਈ ਵਪਾਰ ਸਭ ਤੋਂ ਅੱਗੇ ਆ, ਮਨੁੱਖੀ ਕਦਰਾਂ ਕੀਮਤਾਂ ਜਿਹੜੀਆਂ ਦੂਜੇ ਦੇਸ਼ਾਂ ਦੀਆਂ ਉਹ ਬਾਅਦ 'ਚ ਆਉਂਦੀਆਂ ਨੇ, ਵਪਾਰ ਇਹਨਾਂ ਦਾ ਸਭ ਤੋਂ ਅੱਗੇ ਆ। ਸੋ ਜਿੱਥੇ ਕਿ ਇਹਨਾਂ ਦੇ ਵਪਾਰਕ ਹਿੱਤ ਜੁੜਦੇ ਨੇ ਉੱਥੇ ਕਈ ਵਾਰ ਇਹ ਮਨੁੱਖੀ ਹੱਕਾਂ ਦੀ ਗੱਲ ਕਰਨ ਤੋਂ, ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਤੋਂ ਅੱਖਾਂ ਮੀਚ ਛੱਡਦੇ ਨੇ। ਸੋ ਅੱਜ ਦੀ ਤਰੀਕ 'ਚ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਉਹਨੇ ਬਰਾਕ ਓਬਾਮਾ ਨੇ ਮੋਦੀ ਦੇ ਸੋਲੇ ਗਾਏ ਨੇ ਕਿ ਅੱਜ ਦੀ ਤਰੀਕ 'ਚ ਇਹ ਜਿਹੜੇ ਕੈਲੀਫੋਰਨੀਆ ਦੀ ਅਸੈਂਬਲੀ ਨੇ ਮਤਾ ਪਾਸ ਕੀਤਾ, ਇਹਦੀ ਗੂੰਜ ਸ਼ਾਇਦ ਥੋੜਾ ਸਮਾਂ ਰੁਕ ਕੇ ਵਾਈਟ ਹਾਊਸ 'ਚ ਪਊਗੀ ਜ਼ਰੂਰ, ਪਰ ਥੋੜਾ ਰੁਕ ਕੇ ਪਊਗੀ। 1984 ਦੇ ਸਿੱਖ ਕਤਲੇਆਮ ਦੇ ਇਨਸਾਫ ਦੇ ਲਈ ਇਸ ਮਤੇ ਤੋਂ ਬਾਅਦ ਹੁਣ ਕੋਈ ਉਮੀਦ ਬਚਦੀ ਹੈ? ਜਿਸ ਤਰ੍ਹਾਂ ਅਸੀਂ ਬਾਰ-ਬਾਰ ਇਹ ਗੱਲ ਕਰਦੇ ਵੀ ਹਾਂ ਕਿ ਅੱਜ ਜਦੋਂ ਅਸੀਂ ਪੂਰੇ ਵਰਲਡ ਦੀ ਗੱਲ ਕਰਦੇ ਹਾਂ ਕਿ ਗਲੋਬਲ ਵਿਲੇਜ ਬਦਲ ਗਿਆ, ਕਿਸੇ ਵੀ ਦੇਸ਼ ਦੇ ਵਿੱਚ ਕੋਈ ਘਟਨਾ ਵਾਪਰਦੀ ਆ, ਕੋਈ ਰਾਜਨੀਤਿਕ ਘਟਨਾ ਵਾਪਰਦੀ ਆ, ਕੋਈ ਧਾਰਮਿਕ ਘਟਨਾ ਵਾਪਰਦੀ ਆ, ਕੋਈ ਹੋਰ ਆਰਥਿਕ ਘਟਨਾ ਵਾਪਰਦੀ ਆ, ਉਹਦਾ ਸਮੁੱਚੇ ਵਿਸ਼ਵ ਤੇ ਆ ਜਿਹੜਾ ਉਹ ਪ੍ਰਭਾਵ ਆ ਜਿਹੜਾ ਉਹ ਪੈਂਦਾ। ਸੋ ਇਹ ਜਿਹੜਾ ਕੈਲੀਫੋਰਨੀਆ ਦੀ ਅਸੈਂਬਲੀ 'ਚ ਇੱਕ ਮਤਾ ਪਾਸ ਹੋਇਆ ਜਿਹਨੇ ਇਸ ਦੇਸ਼ ਦੀ ਸਰਕਾਰ ਨੂੰ 1984 ਦੇ ਸਿੱਖ ਕਤਲੇਆਮ ਲਈ ਦੋਸ਼ੀ ਮੰਨਿਆ। ਸੋ ਉਹਦੀ ਗੂੰਜ ਆ ਜਿਹੜੀ ਉਹ ਕੁਦਰਤੀ ਤੌਰ ਤੇ ਸਮੁੱਚੀ ਦੁਨੀਆ ਦੇ ਵਿੱਚ ਪਊਗੀ। ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਕਿ ਵਾਈਟ ਹਾਊਸ ਤੱਕ ਵੀ ਆਊਗੀ, ਵਾਈਟ ਹਾਊਸ ਤੋਂ ਸਾਡੇ ਦੇਸ਼ ਦੀ ਜਿਹੜੀ ਪਾਰਲੀਮੈਂਟ ਆ ਇਹਦੇ ਤੱਕ ਵੀ ਆਊਗੀ। ਸੋ ਇਹ ਜਦੋਂ ਵਿਸ਼ਵ ਦੇ ਵਿੱਚ ਇੱਕ ਗੱਲ ਚੱਲਦੀ ਆ, ਖਾਸ ਕਰਕੇ ਮਨੁੱਖੀ ਅਧਿਕਾਰਾਂ ਦੀ ਤੇ ਇਸ ਤਰ੍ਹਾਂ ਦੇ ਕਤਲੇਆਮ ਦੀ, ਜਿਹੜਾ ਸਿੱਖ ਕਤਲੇਆਮ ਹੋਇਆ, ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਪੂਰਾ ਵਿਸ਼ਵ ਜਿਹੜਾ ਉਹ ਇੱਕ ਹੋਰ ਨਜ਼ਰ ਨਾਲ ਦੇਖਦਾ। ਸੋ ਅੱਜ ਜਦੋਂ ਇਹ ਗੱਲ ਵਿਸ਼ਵ ਪੱਧਰ ਤੇ, ਭਾਵੇਂ ਕਿ ਇਸ ਤੋਂ ਪਹਿਲਾਂ ਵੀ ਸੀ,
परंतु एक असैंबली वालों ये जिहड़ा मता पास किया गया ਉਹਦੇ ਨਾਲ ਇਸ ਦਾ ਜਿਹੜਾ ਇੱਕ मैं समझदा कि ਇਹਨੂੰ ਇੱਕ टर्निंग पॉइंट ਮੰਨਿਆ ਜਾਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਲਈ। तो ਇਸ ਕਾਰਨ ਕਿਉਂਕਿ ਵਿਸ਼ਵ ਦਾ ਦਬਾਅ ਆ ਜਿਹੜਾ ਇਸ ਗੱਲ ਨੂੰ ਲੈ ਕੇ, ਵਿਸ਼ਵ ਦਾ ਜਿਹੜਾ ਪ੍ਰਭਾਵ ਆ ਸਮੁੱਚਾ ਉਹ, ਕਿਉਂਕਿ ਆਪਣੇ ਆਪ ਨੂੰ ਇਹਨਾਂ ਨੇ, ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਇਸ ਦੇਸ਼ ਦੀ ਸਰਕਾਰ ਆਪਣੇ ਆਪ ਨੂੰ ਧਰਮ ਨਿਰਪੱਖ ਦੇ ਉਹਦਾ ਮੁਖੌਟਾ ਜਿਹੜਾ ਉਹ ਪਾ ਕੇ ਗੱਲ ਕੀਤੀ ਜਾਂਦੀ ਆ ਕਿ ਸਾਡੇ ਦੇਸ਼ ਦਾ ਸੰਵਿਧਾਨ ਆ ਇਹ ਧਰਮ ਨਿਰਪੱਖ ਆ, ਇਹ ਦੇਸ਼ ਆ ਜਿਹੜਾ ਇਹ ਧਰਮ ਨਿਰਪੱਖ ਆ। ਸੋ ਉਹ ਮੁਖੌਟਾ ਜਿਹੜਾ ਅਜਿਹੀਆਂ ਗੱਲਾਂ ਦੇ ਨਾਲ, ਅਜਿਹੀਆਂ ਘਟਨਾਵਾਂ ਦੇ ਨਾਲ ਲੈਂਦਾ। ਤੇ ਇਸ ਦੇਸ਼ ਦੀ ਸਰਕਾਰ ਆ ਜਿਹੜੀ, ਕਿਉਂਕਿ ਬਹੁਤ ਸਾਰੀਆਂ ਸਹੂਲਤਾਂ ਨੇ ਜਿਹੜੀਆਂ, ਜਿਹੜਾ ਕਾਨੂੰਨ ਹੈ, ਜਿਹੜਾ ਵਿਸ਼ਵ ਵਿਆਪੀ ਬਣਿਆ ਹੋਇਆ ਕਾਨੂੰਨ ਹੈ ਕਿ ਜਦੋਂ ਕੋਈ ਦੇਸ਼ ਇਸ ਤਰ੍ਹਾਂ ਦੀ ਘਟਨਾ ਦੇ ਲਈ, ਜਿਹੜਾ ਜਿਸ ਤਰ੍ਹਾਂ ਖਾਸ ਕਰਕੇ ਮਨੁੱਖਤਾ ਦੇ ਕਤਲੇਆਮ ਦੀ ਘਟਨਾ ਲਈ ਕੋਈ ਦੇਸ਼ ਆ ਜਿਹੜਾ ਉਹਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਜਾਵੇ ਤੇ ਉਹ ਜਿਹੜੀਆਂ ਸਹੂਲਤਾਂ ਵਿਸ਼ਵ ਭਾਈਚਾਰੇ ਵੱਲੋਂ ਦਿੱਤੀਆਂ ਜਾਂਦੀਆਂ ਨੇ ਉਹ ਸਹੂਲਤਾਂ ਖਤਮ ਹੋ ਜਾਂਦੀਆਂ ਨੇ। ਸੋ ਇਹ ਹੁਣ ਜਦੋਂ ਇੱਕ ਅਸੈਂਬਲੀ ਨੇ ਮਤਾ ਪਾਸ ਕਰਤਾ, ਇਹ ਗੱਲ ਨੇ ਅੱਗੇ ਤੁਰਨਾ, ਪਿੱਛੇ ਨਹੀਂ ਮੁੜਨਾ। ਸੋ ਜਦੋਂ ਇਹ ਗੱਲ ਅੱਗੇ ਤੁਰੂਗੀ ਤਾਂ ਵਿਸ਼ਵ ਭਾਈਚਾਰੇ ਦੇ ਵਿੱਚ ਇੱਕ ਦਬਾਅ ਬਣੂਗਾ ਕਿ ਜਦੋਂ ਇਹ ਦੇਸ਼ ਆ ਜਿਹੜਾ ਹਿੰਦੁਸਤਾਨ ਆਪਣੇ ਆਪ ਨੂੰ ਖਵਾਉਣ ਵਾਲਾ ਦੇਸ਼ ਆ ਜਿਹੜਾ, ਉਹ ਮਨੁੱਖੀ ਕਤਲੇਆਮ ਦਾ ਦੋਸ਼ੀ ਆ, ਮਾਨਵਤਾ ਦੇ ਕਤਲੇਆਮ ਦਾ ਦੋਸ਼ੀ ਆ, ਤਾਂ ਜਿਹੜੀਆਂ ਉਹ ਸਹੂਲਤਾਂ ਬਤੌਰ ਮਨੁੱਖਤਾ ਦੇ, ਮਤਲਬ ਬਤੌਰ ਮਾਨਵਤਾ ਦੇ ਇਸ ਦੇਸ਼ ਨੂੰ ਦਿੱਤੀਆਂ ਜਾਂਦੀਆਂ ਨੇ, ਉਹ ਸਹੂਲਤਾਂ ਨੇ ਜਿਹੜੀਆਂ ਉਹ ਖੁਦ ਬਖੁਦ ਜਿਹੜੀਆਂ ਉਹ ਬੰਦ ਹੋਣ ਦੀ ਜਾਂ ਖਤਮ ਹੋਣ ਦੀ ਗੱਲ ਆ ਜਿਹੜੀ ਉਹ ਚੱਲੂਗੀ। ਸੋ ਉਹ ਤੋਂ ਬਾਅਦ ਇਸ ਦੇਸ਼ ਦੀ ਸਰਕਾਰ ਨੂੰ ਉਹਦੀ ਮਜਬੂਰੀ ਬਣੂਗੀ ਕਿ ਘੱਟੋ ਘੱਟ ਉਹ ਜਿਹੜਾ 1984 ਦੇ ਸਿੱਖ ਕਤਲੇਆਮ ਦਾ ਧੱਬਾ ਦੇਸ਼ ਦੇ ਮੱਥੇ ਤੇ ਲੱਗ ਗਿਆ, ਉਹਨੂੰ ਮਟੇਣ ਦੇ ਲਈ ਜਾਂ ਉਹਨੂੰ ਥੋੜਾ ਬਹੁਤਾ ਮੱਧਮ ਕਰਨ ਦੇ ਲਈ ਉਹਦੀ ਜਿਹੜੀ ਕੁਛ ਲਿਪਾ ਪੋਤੀ ਆ ਉਹ ਜ਼ਰੂਰ ਕੀਤੀ ਜਾਊਗੀ। ਤੇ ਮੈਨੂੰ ਲੱਗਦਾ ਕਿ ਇਸ ਦੀ ਜਿਹੜੀ ਇਹ ਮਤੇ ਦੀ ਗੂੰਜ ਆ ਜਿਹੜੀ ਉਹ ਇਸ ਦੇਸ਼ ਦੀਆਂ ਸਰਕਾਰਾਂ ਦੇ ਨਾਲ ਇਸ ਦੇਸ਼ ਦੀਆਂ ਅਦਾਲਤਾਂ ਤੱਕ ਵੀ ਪਹੁੰਚੂਗੀ ਤੇ 1984 ਦੇ ਸਿੱਖ ਕਤਲੇਆਮ ਦਾ ਜਿਹੜਾ ਇਨਸਾਫ ਆ, ਜਿਹੜੇ ਕੇਸ ਚੱਲ ਰਹੇ ਨੇ ਉਹਨਾਂ 'ਚ ਕਿਤੇ ਨਾ ਕਿਤੇ ਕੁਛ ਜਿਹੜੀ ਹਾਂ ਪੱਖੀ ਗੱਲ ਆ ਜਿਹੜੀ ਉਹ ਸਾਨੂੰ ਆਉਣ ਵਾਲੇ ਦਿਨਾਂ 'ਚ ਜ਼ਰੂਰ ਦਿਖਾਈ ਦੇਊਗੀ। 1984 ਦੇ ਸਿੱਖ ਕਤਲੇਆਮ ਦੇ ਵਿੱਚ ਪੰਜਾਬ ਨੇ ਜੋ ਗਵਾਇਆ ਉਹ ਤਾਂ ਸ਼ਾਇਦ ਉਸ ਨੂੰ ਕਦੇ ਵਾਪਸ ਨਹੀਂ ਮਿਲ ਸਕਦਾ, ਪਰੰਤੂ ਅਮਰੀਕਾ ਦੇ ਕੈਲੀਫੋਰਨੀਆ ਦੀ ਅਸੈਂਬਲੀ ਵਿੱਚ ਪਾਸ ਕੀਤੇ ਗਏ ਮਤੇ ਤੋਂ ਬਾਅਦ ਜੋ ਆਸ ਦੀ ਕਿਰਨ ਪੰਜਾਬ ਦੇ ਲੋਕਾਂ ਨੂੰ ਜਾਂ ਫਿਰ ਇਨਸਾਫ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਜਾਗੀ ਹੈ, ਉਮੀਦ ਕਰਦੇ ਹਾਂ ਉਹ ਕਿਰਨ ਆਉਣ ਵਾਲੇ ਟਾਈਮ ਦੇ ਵਿੱਚ ਸੂਰਜ ਬਣ ਕੇ ਚਮਕੇਗੀ। ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ। ਕੱਲ ਤੁਹਾਡੇ ਲਈ ਨਵੇਂ ਮੁੱਦੇ ਦੇ ਨਾਲ ਫੇਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।